मोर पित पूरब कियस पयाना। भात भात के तीरथ नाना। जब ही जात त्रिवेणी भये। पुन दान दिन करत बितये। तही प्रकाश हमारा पयो। पटना शहर बिखै भव लयो। मद्र देश हमको ले आए। भांत भांत दायन दुलराए। कीनी अनिक भांत तन रक्षा। दीनी भांत भांत की शिक्षा। जब हम धर्म कर्म मोह आए। देवलोक तब पिता सदाए। वाहो प्रगट्यो मर्द अगमड़ा। वरयाम अकेला। वाहो वाहो गोबिंद सिंह। आपे गुर चेला। बेसुमार अथाह अगनत अतुलै। ज्यों बुलावो त्यों नानक दास बोलै। जुगो जुग अटल चवर छत्र तख्त दे मालक। राजान राज भानान भान। देवान देव उपमा महान। राजियां दे राजे महाराजियां दे महाराजे। दसां पातशाहियां दे आत्मक स्वरूप। धन धन श्री गुरु ग्रंथ साहिब जी महाराज जी दे पावन ते पवित्र दरबार अंदर जुड़ मिलकर बैठी गुरु प्यारी साध संगत जीओ। अज सारे इकट्ठे हो के ते अपने गुरु पिता दा प्रकाश दिहाड़ा मनाउण वास्ते आए हैं। सब तो पहला ते दास वल्लों ते रागी जथे वल्लों ਜਿਹੜੇ दास ਦੇ ਸਾਥੀ ਵੀਰ ਨੇ ਉਹਨਾਂ ਵੱਲੋਂ ਸਰਬੱਤ ਸੰਗਤ ਨੂੰ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਗੁਰੂ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਮੁਬਾਰਕਾਂ ਵਧਾਈਆਂ। ਤੇ ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਹੜੇ ਪਿਤਾ ਦੀ ਯਾਦ ਵਿੱਚ ਜੁੜਨ ਬੈਠੇ ਆ
ਉਸ ਪਿਤਾ ਨੂੰ ਬੁਲਾਉਣਾ ਕਿਵੇਂ, ਸਭ ਤੋਂ ਪਹਿਲਾਂ ਤੇ ਉਸ ਪਿਤਾ ਦਾ ਹੁਕਮ ਯਾਦ ਕਰਿਓ ਜੀ। ਗੁਰੂ ਪਿਤਾ ਨੇ ਆਖਿਆ ਸੀ, ਆਗੇ ਮਿਲਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਗਜਾਵੈ। ਤੇ ਗੁਰੂ ਸਾਹਿਬ ਜੀ ਨੇ ਤੇ ਆਖਿਆ, ਜੇ ਸਿੰਘਾਂ ਨੂੰ ਵੀ ਮਿਲਣਾ ਤਾਂ ਵੀ ਫਤਿਹ ਬੁਲਾਉਣੀ, ਤੇ ਅਸੀਂ ਹੁਣ ਗੁਰੂ ਨੂੰ ਬੁਲਾਉਣ ਲੱਗੇ ਹਾਂ, ਗੁਰੂ ਨੂੰ ਮਿਲਣ ਲੱਗੇ ਹਾਂ। ਤੇ ਜੇ ਆਪਾਂ ਸਾਰਿਆਂ ਨੇ ਗੁਰੂ ਨੂੰ ਮਿਲਣਾ ਤੇ ਸਭ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਕੇ ਜੁੜ ਕੇ ਪਿਆਰ ਦੇ ਵਿੱਚ ਫਤਿਹ ਨਾਲ ਸਾਂਝ ਪਾਇਓ। ਤੇ ਜ਼ਰੂਰ ਚਿੱਤ ਦੇ ਵਿੱਚ ਯਾਦ ਰੱਖਿਓ ਕਿ ਫਤਿਹ ਹੈ ਕੀ। ਆਓ ਰਸਨਾ ਨੂੰ ਪਵਿੱਤਰ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਨੇ ਇਸ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਵੇਰ ਤੋਂ ਲੈ ਕੇ ਸ਼ਬਦ ਕੀਰਤਨ ਦਾ ਰਸ ਭਿੰਨਾ ਆਨੰਦ ਮਾਣਿਆ ਹੈ ਤੇ ਲਗਭਗ 30 ਮਿੰਟਾਂ ਦਾ ਸਮਾਂ, ਅੱਧਾ ਘੰਟਾ ਹੁਣ ਸਤਿਗੁਰੂ ਜੀ ਦੀ ਉਸ ਉਸਤਤ ਦੇ ਨਾਲ ਜੁੜਨਾ ਹੈ, ਜਿਹੜੀ ਉਸਤਤ ਲਗਭਗ 300 ਤੋਂ ਉੱਪਰ ਸਾਲ ਹੋ ਚੁੱਕੇ ਨੇ, ਅੱਜ ਤੱਕ ਕੋਈ ਸੰਪੂਰਨ ਕਰ ਨਹੀਂ ਸਕੇ। 1708 ਦੇ ਵਿੱਚ ਸਰੀਰਕ ਚੋਲਾ ਛੱਡਿਆ ਸਤਿਗੁਰੂ ਜੀ ਨੇ, ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ 300 ਲਗਭਗ 13 ਕੁ ਸਾਲ ਹੋ ਚੁੱਕੇ ਨੇ, ਤੇ ਅੱਜ ਤੱਕ ਕੋਈ ਉਸ ਗੁਰੂ ਦੀ ਸੰਪੂਰਨ ਉਸਤਤ ਨਹੀਂ ਕਰ ਸਕਿਆ। ਸਰਬ ਪੱਖੀ ਸ਼ਖਸੀਅਤ ਦੀ ਉਸਤਤ ਨਹੀਂ ਕਰ ਸਕਦਾ ਕੋਈ ਵੀ। ਇਸ ਲਈ ਆਰੰਭ ਦੇ ਵਿੱਚ ਮੰਗਲਾਚਰਨ ਸਾਂਝਾ ਕੀਤਾ, ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਹਨੂੰ ਬਾਣੀ ਨੇ ਵੀ 4 ਅੱਖਰ ਆਖ ਦਿੱਤੇ, ਬੇਸ਼ੁਮਾਰ ਅਥਾਹ ਅਗਨਤ ਅਤੁਲ ਹੈ। ਤੇ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ, ਉਸ ਤਰ੍ਹਾਂ ਕੁਝ ਕੁ ਮਿੰਟਾਂ ਦੇ ਵਿੱਚ ਜੋ ਸਮਾਂ ਬਖਸ਼ਿਆ ਹੈ ਸਤਿਗੁਰੂ ਜੀ ਨੇ, ਉਸ ਸਮੇਂ ਦੇ ਅੰਦਰ ਰਹਿ ਕੇ ਵਿਚਾਰਾਂ ਦੇ ਨਾਲ ਸਾਂਝ ਪਾਉਣ ਦੇ ਯਤਨ ਕਰਾਂਗੇ। ਆਰੰਭ ਦੇ ਵਿੱਚ ਆਪ ਸੰਗਤਾਂ ਨੂੰ 2 ਬੇਨਤੀਆਂ ਕਰਨੀਆਂ ਨੇ। ਸਭ ਤੋਂ ਪਹਿਲੀ ਬੇਨਤੀ ਤੇ ਇਹ ਕਿ ਜਿਹੜੇ ਸਵੇਰ ਤੋਂ ਜੁੜ ਮਿਲ ਕੇ ਬੈਠੇ ਨੇ, ਉਹ ਵਾਕਈ ਗੁਰੂ ਦੇ ਪਿਆਰ ਵਾਲੇ ਆ। ਆਪਣੇ ਬਾਪ ਦਾ ਪ੍ਰਕਾਸ਼ ਦਿਹਾੜਾ ਹੋਵੇ, ਤੇ ਹੁਣ ਇੱਕ ਬੇਨਤੀ ਕਰਾਂ, ਗਵਾਂਢੀਆਂ ਦੇ ਘਰ ਕੋਈ ਪ੍ਰੋਗਰਾਮ ਚੱਲਦਾ ਹੋਵੇ ਨਾ, ਤੇ ਅਸੀਂ ਕਹਿ ਸਕਦੇ ਹਾਂ ਕਿ ਚਲੋ ਸਮਾਪਤੀ ਤੇ ਚੱਲਾਂਗੇ, ਕਹਿ ਦਈਦਾ ਨਾ। ਤੇ ਹੁਣ ਜੇ ਆਪਣੇ ਬਾਪ ਦਾ ਪ੍ਰਕਾਸ਼ ਦਿਹਾੜਾ ਹੋਵੇ ਤੇ ਅਸੀਂ ਕਹੀਏ ਸਮਾਪਤੀ ਤੇ ਚੱਲਾਂਗੇ, ਤੇ ਬਾਪ ਦੇ ਨਾਲ ਪਿਆਰ ਵਾਲੀ ਗੱਲ ਨਹੀਂ। ਤੇ ਦੂਜੀ ਬੇਨਤੀ ਇਹ ਕਿ ਆਪਣੇ ਜਦੋਂ ਪੁੱਤਰ ਜਵਾਨ ਹੋ ਜਾਂਦਾ ਤੇ ਆਪਣੇ ਪਿਓ ਨੂੰ ਉਹਦੇ ਜਨਮ ਦਿਨ ਤੇ ਹਮੇਸ਼ਾ ਤੋਹਫਾ ਦਿੰਦਾ, ਮਨ ਦੇ ਵਿੱਚ ਇੱਛਾ ਰਹਿੰਦੀ ਕਿ ਉਹਨੂੰ ਤੋਹਫਾ ਦੇਵਾਂ, ਆਪਣੇ ਪਿਓ ਨੂੰ, ਆਪਣੇ ਬਾਪ ਨੂੰ ਤੋਹਫਾ ਦੇਵਾਂ ਉਹਦੇ ਜਨਮ ਦਿਨ ਤੇ ਸੰਗਤ ਜੀ ਮਨ ਦੇ ਵਿੱਚ ਪਿਆਰ ਵਾਲੇ ਹੋ, ਬੜੇ ਗੁਰੂ ਦੇ ਪਿਆਰ ਵਾਲੇ ਹੋ, ਤੇ ਮਨ ਦੇ ਵਿੱਚ ਵਿਚਾਰ ਕਰਕੇ ਵੇਖਿਓ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਤੇ ਅਸੀਂ ਕੀ ਤੋਹਫਾ ਦੇ ਕੇ ਚੱਲੇ ਹਾਂ। ਤੇ ਇੱਕ ਮੈਂ ਬੇਨਤੀ ਕਰਾਂ, ਤੋਹਫਾ ਪਤਾ ਕੀ ਦੇਣਾ ਕਲਗੀਧਰ ਪਾਤਸ਼ਾਹ ਨੂੰ? ਤੋਹਫਾ ਉਹ ਦੇਈਦਾ ਜਿਹੜੀ ਸਭ ਤੋਂ ਚੰਗੀ ਚੀਜ਼ ਲੱਗਦੀ ਹੋਵੇ ਕਿਸੇ ਨੂੰ। ਇਕਾਗਰਤਾ ਦੇ ਨਾਲ ਸਰਵਣ ਕਰਨ ਦਾ ਯਤਨ ਕਰਿਓ। ਤੋਹਫਾ ਉਹ ਦੇਈਦਾ ਜਿਹੜੀ ਸਭ ਤੋਂ ਚੰਗੀ ਚੀਜ਼ ਲੱਗਦੀ ਹੋਵੇ ਕਿਸੇ ਨੂੰ। ਤੇ ਕਲਗੀਧਰ ਮਹਾਰਾਜ ਨੂੰ ਸਭ ਤੋਂ ਚੰਗਾ ਪਤਾ ਕੀ ਲੱਗਦਾ? ਜੇ ਕਿਸੇ ਨੇ ਪੁੱਛਿਆ ਸੀ, ਕਹਿੰਦਾ ਮਹਾਰਾਜ ਤੁਸੀਂ ਆਪਣੇ ਖਾਲਸੇ ਨੂੰ ਇੰਨਾ ਪਿਆਰ ਕਿਉਂ ਕਰਦੇ ਹੋ? ਇਹ ਤੇ ਜੰਗਾਂ ਯੁੱਧਾਂ ਵਿੱਚ ਲੜਨ ਵਾਲਾ ਹੋਰ ਵੀ ਫੌਜਾਂ ਨੇ, ਤੇ ਫੌਜਦਾਰਾਂ ਦੇ ਸਿਪਾਹੀ ਵੀ ਨੇ, ਤੇ ਉਹ ਸਿਪਾਹੀਆਂ ਨੂੰ ਇੰਨਾ ਪਿਆਰ ਤੇ ਨਹੀਂ ਕਰਦੇ। ਲੜਦੇ ਨੇ, ਤਨਖਾਹ ਦੇ ਦਿੱਤੀ ਜਾਂਦੀ, ਜੇ ਕੋਈ ਮਰ ਜਾਵੇ ਤੇ ਉਹਦੇ ਪਰਿਵਾਰ ਨੂੰ ਭੱਤਾ ਦੇ ਦਿੱਤਾ ਜਾਂਦਾ, ਪਰ ਇੰਨਾ ਪਿਆਰ ਤੇ ਨਹੀਂ ਕਰਦੇ ਤੁਸੀਂ। ਤੇ ਇੱਥੇ ਤੱਕ ਆਖ ਦਿੰਦੇ ਹੋ, ਮੇਰੀ ਜਾਨ ਕੀ ਜਾਨ ਖਾਲਸਾ
ਕਿਉਂ ਕਹਿੰਦੇ ਹੋ ਪਾਤਸ਼ਾਹ ਜੀ? ਤੇ ਸਤਿਗੁਰੂ ਜੀ ਨੇ ਸਾਡੇ ਵੱਲ ਵੇਖ ਕੇ ਨਾ, ਸਾਡੇ ਵਰਗੇ ਉੱਥੇ ਬਿਰਾਜਮਾਨ ਸੀ, ਬੇਨਤੀ ਕਰਦਾ ਕਿਰਪਾ ਕਰਕੇ ਇਕਾਗਰਤਾ ਬਖਸ਼ੋ। ਸਾਡੇ ਵਰਗੇ ਉੱਥੇ ਬੈਠੇ ਸੀ ਤੇ ਸਾਡੇ ਵਰਗਿਆਂ ਵੱਲ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਸਤਿਗੁਰੂ ਜੀ ਕਹਿੰਦੇ ਮੇਰੇ ਵਰਗੇ ਕਰੋੜਾਂ ਕਰੋੜਾਂ ਗਰੀਬ ਪਏ ਨੇ, ਆ ਖਾਲਸੇ ਦੇ ਕਰਕੇ ਮੈਂ ਸਜਿਆ ਫਿਰਦਾ। ਤੇ ਇੱਥੇ ਹੁਣ ਜੇ ਤੋਹਫਾ ਦੇਣਾ ਨਾ ਕਲਗੀਧਰ ਪਾਤਸ਼ਾਹ ਨੂੰ, ਜਿਹਨੇ ਕੇਸ ਕਤਲ ਕਰਾਏ ਹੈ, ਉਹ ਅੱਜ ਪ੍ਰਣ ਕਰਕੇ ਜਾਇਓ ਕਿ ਮੈਂ ਹੁਣ ਕੇਸ ਕਤਲ ਨਹੀਂ ਕਰਾਵਾਂਗਾ। ਤੇ ਜਿਹੜੀਆਂ ਬੀਬੀਆਂ ਭੈਣਾਂ ਨੇ, ਜਿਹੜੇ ਪੁਰਖਾਂ ਨੇ ਕੇਸ ਨਹੀਂ ਕਤਲ ਕਰਾਏ, ਉਹ ਪ੍ਰਣ ਕਰਕੇ ਜਾਇਓ ਹੁਣ ਅੰਮ੍ਰਿਤ ਦੀ ਦਾਤ ਲਵਾਂਗਾ ਗੁਰੂ ਪਾਸੋਂ। ਤੇ ਜਿਨ੍ਹਾਂ ਅੰਮ੍ਰਿਤ ਦੀ ਦਾਤ ਲਈ ਆ, ਉਹ ਪ੍ਰਣ ਕਰਕੇ ਜਾਇਓ ਕਿ ਅੰਮ੍ਰਿਤ ਵੇਲਾ ਸਾਂਭਾਂਗਾ, ਖਾਲਸਾ ਬਣਨ ਲੱਗਾ ਤੇ ਖਾਲਸਾ ਬਣ ਕੇ ਜਾਵਾਂਗਾ ਹੁਣ ਗੁਰੂ ਦੇ ਕੋਲ। ਤੇ ਇੱਕ ਗਵਾਹੀ ਦਿਓ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ, ਜੇ ਤੋਹਫਾ ਦੇਣਾ ਚਾਹੁੰਦੇ ਜੇ ਇੱਕ ਜਕਾਰੇ ਦੇ ਨਾਲ ਸੰਗਤ ਦੇ ਵਿੱਚੋਂ ਇਸ ਗੱਲ ਦੀ ਗਵਾਹੀ ਦਿਓ। ਸੱਚ ਜਾਣਿਓ ਸਤਿਗੁਰੂ ਜੀ ਹੁਣ ਪ੍ਰਸੰਨ ਹੋਏ ਹੋਣਗੇ ਕਿ ਅੱਜ ਪ੍ਰਣ ਕੀਤਾ ਮੇਰੇ ਬੱਚਿਆਂ ਨੇ ਕਿ ਜੇ ਮੇਰਾ ਪ੍ਰਕਾਸ਼ ਦਿਹਾੜਾ ਮਨਾਉਣ ਆਉਂਦੇ ਨੇ ਤੇ ਅੱਜ ਤੋਹਫਾ ਦਿੱਤਾ ਹੈ ਮੈਨੂੰ, ਅੱਜ ਗਿਫਟ ਦਿੱਤਾ, ਉਪਹਾਰ ਦਿੱਤਾ ਪ੍ਰਕਾਸ਼ ਪੁਰਬ ਤੇ ਉਸ ਗੁਰੂ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲੱਗੇ ਆ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੀਆਂ ਕੁਝ ਕੁ ਵਿਚਾਰਾਂ ਤੇ ਨਾਲ ਨਾਲ ਜਦੋਂ ਵੀ ਸਤਿਗੁਰੂ ਜੀ ਦੇ ਜੀਵਨ ਦਾ ਬਿਆਨ ਕਰਨ ਦਾ ਯਤਨ ਕਰਦਾ ਨਾ ਕੋਈ, ਤੇ ਇੱਕ ਭਾਰਤੀ ਸੰਸਕ੍ਰਿਤੀ ਦਾ ਵਿਦਵਾਨ ਹੋਇਆ ਚਾਣਕਿਆ, ਸ਼ਾਇਦ ਆਪਨੇ ਪਹਿਲਾਂ ਨਾਮ ਸੁਣਿਆ ਹੋਵੇ, ਤੇ ਉਸ ਨੇ ਲਿਖਿਆ, ਕਹਿੰਦਾ ਗਿਰ ਗਿਰ ਮਹਿਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨ ਪੁਰ ਪੁਰ ਮਾਹੇ। ਤੇ ਜਦੋਂ ਵੀ ਮੈਂ ਸਤਿਗੁਰੂ ਜੀ ਦੀ ਉਸਤਤ ਨੂੰ ਬਿਆਨ ਕਰਨ ਦਾ ਯਤਨ ਕਰਦਾ ਨਾ, ਤੇ ਮੈਨੂੰ ਇਹ ਸ਼ਬਦ ਯਾਦ ਆ ਜਾਂਦੇ ਆ। ਚਾਣਕਿਆ ਕਹਿੰਦਾ ਗਿਰ ਗਿਰ ਮੈਂ ਮਾਨਕ ਨਹੀਂ, ਕਹਿੰਦਾ ਹਰੇਕ ਪਹਾੜ ਦੇ ਵਿੱਚ ਹੀਰਾ ਨਹੀਂ ਹੁੰਦਾ, ਤਾਂ ਵੀ ਹੈ ਕਿਸੇ ਕਿਸੇ ਦੇ ਵਿੱਚ ਹੈ। ਤੇ ਕਹਿੰਦਾ ਗੱਜ ਗੱਜ ਮੋਤੀ ਨਾ ਹੈ, ਕਹਿੰਦਾ ਹਾਥੀ ਦੇ ਮੱਥੇ ਦੇ ਵਿੱਚ ਗੰਢ ਦੇ ਵਿੱਚ ਇੱਕ ਮੋਤੀ ਹੁੰਦਾ ਜੇ, ਤੇ ਕਹਿੰਦਾ ਹਰੇਕ ਹਾਥੀ ਦੇ ਵਿੱਚ ਉਹ ਮੋਤੀ ਨਹੀਂ ਹੁੰਦਾ। ਤੇ ਕਹਿੰਦਾ ਚੰਦਨ ਦਾ ਰੁੱਖ ਵੀ ਹਰੇਕ ਬਨ ਦੇ ਵਿੱਚ, ਜੰਗਲ ਦੇ ਵਿੱਚ ਨਹੀਂ ਹੁੰਦਾ। ਤੇ ਕਲਗੀਧਰ ਮਹਾਰਾਜ ਵਰਗਾ ਬਾਦਸ਼ਾਹ ਦਰਵੇਸ਼ ਸੰਤ ਸਿਪਾਹੀ, ਕਹਿੰਦਾ ਸੰਤ ਨਾ ਪੁਰ ਪੁਰ ਮਾਹੇ, ਪੁਰ ਕਹਿੰਦੇ ਪਿੰਡ ਪਿੰਡ, ਐਸਾ ਕਲਗੀਧਰ ਪਾਤਸ਼ਾਹ ਵਰਗਾ ਪਿੰਡ ਪਿੰਡ ਦੇ ਵਿੱਚ ਪੈਦਾ ਨਹੀਂ ਹੁੰਦਾ। ਮੁਹੰਮਦ ਇਕਬਾਲ ਇੱਕ ਸ਼ਾਇਰ ਹੋਇਆ, ਕਹਿੰਦਾ ਹਜ਼ਾरों साल नरगिस अपनी बेनूरी पे रोती है, तब जाकर होता है चमन में दीदावर पैदा। ਤਾਂ ਜਾ ਕੇ ਕਈ ਹਜ਼ਾਰਾਂ ਸਾਲ ਧਰਤੀ ਪੁਕਾਰ ਕਰਦੀ, ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਧਰਤੀ ਪੁਕਾਰ ਕਰਦੀ ਹੈ ਨਾ। ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਪੁਕਾਰ ਸੁਣੀ ਅਕਾਲ ਪੁਰਖ ਨੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਭੇਜਿਆ। ਤੇ ਇਸੇ ਤਰ੍ਹਾਂ ਧਰਤੀ ਪੁਕਾਰ ਕਰਦੀ ਤੇ ਕਲਗੀਧਰ ਮਹਾਰਾਜ ਵਰਗਾ ਕੋਈ ਪੈਦਾ ਹੁੰਦਾ। ਹਜ਼ਾरों साल ਨਰਗਿਸ ਆਪਣੀ ਬੇਨੂਰੀ ਪੇ ਰੋਤੀ, ਸੰਸਾਰ ਰੋਂਦਾ ਫਿਰਦਾ, ਦੁਨੀਆ ਰੋਂਦੀ ਫਿਰਦੀ ਏ,
ਤੇ ਤਾਂ ਜਾ ਕੇ ਕਲਗੀਧਰ ਪਾਤਸ਼ਾਹ ਵਰਗਾ ਕੋਈ ਪੈਦਾ ਹੁੰਦਾ ਸੰਸਾਰ ਦੇ ਉੱਤੇ। ਤੇ ਕੈਸੇ ਸਨ ਮੇਰੇ ਕਲਗੀਧਰ ਪਾਤਸ਼ਾਹ, ਗੁਰੂ ਪਿਤਾ ਜੀ ਕਿਸ ਤਰ੍ਹਾਂ ਦੇ ਨੇ। ਕਿਸੇ ਕਵੀ ਨੇ ਲਿਖਿਆ, ਕਹਿੰਦਾ ਜੇ ਕੋਈ ਮਾਂ ਨੇ, ਹੁਣ ਮਾਵਾਂ ਬੈਠੀਆਂ ਇੱਥੇ ਇਕਾਗਰਤਾ ਨਾਲ ਸਰਵਣ ਕਰੇ ਉਹ ਬੇਨਤੀ, ਕਿਸੇ ਮਾਂ ਨੇ ਜੇ ਬੱਚੇ ਨੂੰ ਜਨਮ ਦੇਣਾ ਨਾ, ਤੇ ਕਵੀ ਕਹਿੰਦਾ ਜਨਨੀ ਜਨੈ ਤਾਂ ਭਗਤ ਜਨ, ਕੈ ਦਾਤਾ ਕੈ ਸੂਰ। ਕਹਿੰਦਾ ਜੇ ਜਨਨੀ ਨੇ ਜਨਮ ਦੇਣਾ ਨਾ ਕਿਸੇ ਬੱਚੇ ਨੂੰ, ਤੇ ਸੰਸਾਰ ਤੇ ਉੱਦਾਂ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਰਹਿਣਾ ਕਿਸ ਤਰ੍ਹਾਂ ਦਾ, ਗੁਰਬਾਣੀ ਚੋਂ ਹਵਾਲਾ ਲਈਏ। ਗੁਰਬਾਣੀ ਕਹਿੰਦੀ ਏ, ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਸਾਡੇ ਵਰਗਿਆਂ ਦਾ, ਮੇਰੇ ਵਰਗਿਆਂ ਦਾ ਰਹਿਣਾ ਪਤਾ ਕਿਸ ਤਰ੍ਹਾਂ ਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਿਆਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ। ਇਹ ਮੇਰੇ ਵਰਗਿਆਂ ਦਾ ਸੰਸਾਰ ਦੇ ਵਿੱਚ ਰਹਿਣਾ। ਤੇ ਜਦੋਂ ਕਲਗੀਧਰ ਪਾਤਸ਼ਾਹ ਵਰਗਾ ਕੋਈ ਪੈਦਾ ਹੁੰਦਾ ਤੇ ਕਵੀ ਕਹਿੰਦਾ ਜਨਨੀ ਜਨੈ ਤਾਂ ਭਗਤ ਜਨ, ਕੈ ਦਾਤਾ ਕੈ ਸੂਰ। ਜੇ ਜਨਨੀ ਨੇ ਜਨਮ ਦੇਣਾ ਜਾਂ ਤੇ ਭਗਤ ਨੂੰ ਜਨਮ ਦੇਵੇ, ਤੇ ਜੇ ਨਹੀਂ ਤੇ ਫਿਰ ਸੂਰਮੇ ਨੂੰ ਜਨਮ ਦੇਵੇ, ਤੇ ਜੇ ਸੂਰਮਾ ਵੀ ਨਹੀਂ ਤੇ ਕਹਿੰਦਾ ਫਿਰ ਦਾਨੀ ਨੂੰ ਜਨਮ ਦੇਵੇ। ਤਿੰਨ ਗੁਣ ਦੱਸੇ ਆ। ਜਾਂ ਤੇ ਭਗਤ ਨੂੰ ਜਨਮ ਦੇਵੇ, ਜਨਨੀ ਆਪਣੇ ਪੁੱਤਰ ਨੂੰ ਭਗਤ ਪੈਦਾ ਕਰੇ, ਭਗਤ ਬਣਾਵੇ, ਤੇ ਜਾਂ ਉਸ ਨੂੰ ਦਾਨੀ ਬਣਾਵੇ, ਤੇ ਜਾਂ ਉਸ ਨੂੰ ਸੂਰਮਾ ਬਣਾਵੇ। ਤੇ ਮੈਂ ਬੇਨਤੀ ਕਰਾਂ ਇਤਿਹਾਸ ਦੇ ਵਿੱਚੋਂ ਤੇ ਗੁਰਬਾਣੀ ਦੇ ਅੰਦਰੋਂ ਇਸ ਗੱਲ ਦੀ ਗਵਾਹੀ ਲੈ ਲਿਓ, ਜੇ ਕਲਗੀਧਰ ਪਾਤਸ਼ਾਹ ਤਿੰਨਾਂ ਗੁਣਾਂ ਦੇ ਵਿੱਚ ਸੰਪੂਰਨ ਹੈ। ਸਤਿਗੁਰੂ ਪਾਤਸ਼ਾਹ ਜੀ ਜਦੋਂ ਦਾਨ ਕਰਨ ਲੱਗਦੇ ਆ ਨਾ, ਤੇ ਅੱਜ ਦੇ ਵੀ ਵਿਦਵਾਨ ਕਹਿੰਦੇ ਸਰਬ ਅੰਸ਼ ਦਾਨ ਕਰ ਦਿੱਤਾ। ਕੀ ਦਾਨ ਕਰ ਦਿੱਤਾ? ਸਰਬ ਅੰਸ਼। ਸਰਬ ਅੰਸ਼ ਤੋਂ ਭਾਵ ਅੰਸ਼ ਦਾ ਟੁਕੜਾ। ਜੇ ਘਰ ਦੇ ਵਿੱਚ ਇੱਕ ਟੁਕੜਾ ਵੀ ਕਿਤੇ ਰਹਿ ਗਿਆ ਨਾ, ਉਹ ਵੀ ਦਾਨ ਕਰ ਦਿੱਤਾ। ਸਰਬ ਅੰਸ਼ ਦਾਨ ਕਰ ਦਿੱਤਾ। ਤੇ ਜੇ ਭਗਤ ਬਣ ਗਏ ਨੇ ਸਤਿਗੁਰੂ ਪਾਤਸ਼ਾਹ ਜੀ, ਤੇ ਭਗਤ ਕੈਸੇ ਬਣੇ ਆ? ਸਰਸਾ ਨਦੀ ਤੇ ਇੱਕ ਪਾਸੇ ਤੇਗਾਂ ਚੱਲ ਰਹੀਆਂ, ਤੇ ਸਤਿਗੁਰੂ ਜੀ ਨੂੰ ਭਗਤੀ ਯਾਦ ਆਉਂਦੀ ਹੈ, ਸਤਿਗੁਰੂ ਜੀ ਨੂੰ ਆਸਾ ਕੀ ਵਾਰ ਯਾਦ ਆਉਂਦੀ। ਐਸਾ ਭਗਤ ਪੈਦਾ ਹੋਣਾ ਚਾਹੀਦਾ ਸੰਸਾਰ ਦੇ ਵਿੱਚ, ਤੇ ਐਸਾ ਦਾਨੀ ਪੈਦਾ ਹੋਣਾ ਚਾਹੀਦਾ। ਤੇ ਹੁਣ ਸੂਰਮਾ ਰਹਿ ਗਿਆ ਨਾ, ਤੇ ਸੂਰਮਾ ਐਸਾ 14 ਜੰਗਾਂ ਲੜੀਆਂ, ਤੇ ਸ਼ਸਤਰ ਅਸਤਰ ਬਸਤਰ ਵੀ ਓਨੇ ਨਹੀਂ ਜਿੰਨੇ ਮੁਗਲਾਂ ਦੇ ਕੋਲ ਆ, ਜਿੰਨੇ ਪਹਾੜੀ ਰਾਜਿਆਂ ਦੇ ਕੋਲ ਆ। ਤੇ ਇੱਕ ਵੀ ਜੰਗ ਜੇ ਦੁਨੀਆ ਕੋਈ ਗਵਾਹੀ ਦੇ ਸਕੇ ਕਿ ਕਲਗੀਧਰ ਪਾਤਸ਼ਾਹ ਹਾਰ ਕੇ ਹੋਣਗੇ। ਸੂਰਮਾ ਐਸਾ। ਕਵੀ ਸੰਤੋਖ ਸਿੰਘ ਜੀ ਲਿਖਦੇ, ਐਸਾ ਪੁੱਤਰ ਪੈਦਾ ਕੀਤਾ ਗੁਜਰੀ ਨੇ, ਐਸਾ ਪੁੱਤਰ ਪੈਦਾ ਕੀਤਾ ਗੁਜਰੀ ਨੇ ਕਿ ਜਿਹੜਾ ਜੇ ਮੁਗਲਾਂ ਦਾ ਹੜ੍ਹ ਵੀ ਆ ਰਿਹਾ ਹੋਵੇ, ਦੁਸ਼ਮਣਾਂ ਦਾ ਹੜ੍ਹ ਵੀ ਆ ਰਿਹਾ ਹੋਵੇ ਨਾ, ਤੇ ਜੇ ਇੱਕ ਵਾਰ ਅੱਗੇ ਖੜ ਜਾਵੇ ਤੇ ਹੜ੍ਹ ਅੱਗੇ ਨਹੀਂ ਜਾ ਸਕਦਾ। ਐਸਾ ਸੂਰਮਾ ਪੈਦਾ ਕੀਤਾ। ਤਿੰਨੇ ਗੁਣ ਕਲਗੀਧਰ ਪਾਤਸ਼ਾਹ ਦੇ ਵਿੱਚ ਸੰਪੂਰਨ ਨੇ। ਤੇ ਹੁਣ ਸੂਰਮਾ ਬਣਨ ਵਾਸਤੇ ਦਲੇਰੀ, ਬਲ ਚਾਹੀਦਾ। ਦਾਨ ਕਰਨ ਵਾਸਤੇ ਪਦਾਰਥ ਚਾਹੀਦੇ, ਰਾਜ ਭਾਗ ਚਾਹੀਦਾ, ਤੇ ਭਗਤੀ ਕਰਨ ਵਾਸਤੇ ਧਿਆਨ ਚਾਹੀਦਾ। ਤੇ ਹੁਣ ਇਕਾਗਰਤਾ ਬਖਸ਼ਿਓ। ਇਹ ਤਿੰਨੇ ਚੀਜ਼ਾਂ ਲਿਆਏ ਕਿੱਥੋਂ ਮਹਾਰਾਜ? ਕਲਗੀਧਰ ਪਾਤਸ਼ਾਹ ਤਿੰਨੇ ਚੀਜ਼ਾਂ ਲੈ ਕੇ ਆਏ ਨੇ ਕਿੱਥੋਂ? ਤੇ ਲਿਆਏ ਕਿੱਥੋਂ ਆ? ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਰਨ ਲੱਗੇ ਆ ਨਾ ਸੁਲਤਾਨਪੁਰੇ ਤੋਂ, ਤੇ ਸਤਿਗੁਰੂ ਜੀ ਵੇਈ ਦੇ ਵਿੱਚ ਪ੍ਰਵੇਸ਼ ਕੀਤਾ। ਤੇ ਵੇਈ ਦੇ ਵਿੱਚ ਪ੍ਰਵੇਸ਼ ਕਰਕੇ ਸਤਿਗੁਰੂ ਪਾਤਸ਼ਾਹ ਜੀ ਪੁੱਜੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ। ਭਾਈ ਗੁਰਦਾਸ ਜੀ ਇਹ ਗੱਲ ਦਾ ਹਵਾਲਾ ਦਿੰਦੇ ਨੇ ਕਿ ਪਹਿਲਾਂ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਨੇ ਧਿਆਨ ਲਾਇਆ, ਤੇ ਭਗਤੀ ਵਾਸਤੇ ਕੀ ਚਾਹੀਦਾ? ਧਿਆਨ। ਤੇ ਬਾਬੇ ਨੇ ਧਿਆਨ ਲਾਇਆ, ਤੇ ਧਿਆਨ ਦੇ ਨਾਲ ਸਾਰਾ ਸੰਸਾਰ ਮੇਰੇ ਵਾਂਗ ਈਰਖਾ ਦੇ ਵਿੱਚ ਜਲਦਾ ਵਿਖ ਰਿਹਾ ਸੀ। ਤੇ ਫਿਰ ਉਸ ਸੰਸਾਰ ਨੂੰ ਠੰਡਾ ਕਰਨ ਵਾਸਤੇ ਸਤਿਗੁਰੂ ਜੀ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਕਿ ਵੇਈ ਦੇ ਵਿੱਚ ਪ੍ਰਵੇਸ਼ ਕੀਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਤੇ ਉਸ ਸਮੇਂ ਭਾਈ ਗੁਰਦਾਸ ਜੀ ਕਹਿੰਦੇ ਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ,
ਰੋੜਾ ਕੀ ਗੁਰ ਕਰੀ ਵਿਛਾਈ। ਜੇ ਮਨ ਦੇ ਵਿੱਚ ਵਿਚਾਰ ਆ ਰਹੀ ਹੋਵੇ ਕਿ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਤੇ ਵਿਚਾਰ ਆਪਾਂ ਗੁਰੂ ਨਾਨਕ ਦੇਵ ਜੀ ਦੀ ਕਰ ਰਹੇ ਹਾਂ, ਤੇ ਮੈਂ ਬੇਨਤੀ ਕਰਾਂ ਜੋਤ ਉਹੋ ਹੀ ਆ। ਤੇ ਕੇਵਲ ਮੈਂ ਇਹ ਦੱਸਣ ਦਾ ਯਤਨ ਕਰ ਰਿਹਾ ਕਿ ਇੱਕ ਕਮਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਤੋਂ ਤੁਰਨ ਲੱਗੇ ਨਾ, ਵਰਤਾਉਣ ਵਾਸਤੇ, ਸਿੱਖੀ ਵਰਤਾਉਣ ਵਾਸਤੇ, ਵਿਚਾਰ ਵਰਤਾਉਣ ਵਾਸਤੇ, ਨਾਮ ਸਿਮਰਨ ਵਰਤਾਉਣ ਵਾਸਤੇ, ਬਾਣੀ ਵਰਤਾਉਣ ਵਾਸਤੇ, ਤੇ ਪਹਿਲਾਂ ਹੋਣੀ ਚਾਹੀਦੀ ਨਾ ਆਪਣੇ ਕੋਲ। ਤੇ ਉਹ ਲੈ ਕੇ ਤੁਰੇ ਆ ਕਿੱਥੋਂ? ਦਰਗਾਹ ਦੇ ਵਿੱਚੋਂ ਪਹਿਲਾਂ ਬਾਬੇ ਪਾਇਆ ਬਖਸ਼ਦਰ, ਦਰਗਾਹ ਦੇ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ, ਫਿਰ ਉਹ ਵਰਤਾਉਣ ਵਾਸਤੇ ਤੁਰੇ। ਤੇ ਇੱਧਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਵਰਤਾਉਣ ਵਾਸਤੇ ਤੁਰਨਾ ਨਾ, ਜਦੋਂ ਗੁਰਗੱਦੀ ਪ੍ਰਾਪਤ ਹੋਣੀ, ਉਸ ਤੋਂ 26 ਸਾਲ 9 ਮਹੀਨੇ ਤੇ 11 ਦਿਨ ਬਾਬਾ ਬਕਾਲੇ ਦੇ ਸਥਾਨ ਤੇ ਰਹੇ। ਹੁਣ ਇੱਥੇ ਇਹ ਨਾ ਮੰਨਿਓ ਕਿ ਮੈਂ ਕਹਿਣ ਲੱਗਾ ਕਿ ਉੱਥੇ ਭੋਰੇ ਦੇ ਵਿੱਚ ਉਹਨਾਂ ਨੇ ਸਾਰਾ 26 ਸਾਲ 9 ਮਹੀਨੇ ਤੇ 11 ਦਿਨ ਉੱਥੇ ਬਹਿ ਕੇ ਬੰਦਗੀ ਕੀਤੀ। ਨਹੀਂ, ਆਪਣੇ ਜੀਵਨ ਦੇ ਕਾਰਜ ਵੀ ਕੀਤੇ ਆ, ਤੇ ਉੱਥੇ ਧਿਆਨ ਵੀ ਜੋੜਿਆ ਬੈਠ ਕੇ, ਕਿਉਂਕਿ ਕਮਾਈ ਦੀ ਲੋੜ ਹੈ ਸੰਗਤ ਵਿੱਚ ਵਰਤਾਉਣ ਵਾਸਤੇ, ਦੁਨੀਆ ਵਿੱਚ ਵਰਤਾਉਣ ਵਾਸਤੇ। ਇੱਕ ਕਮਾਈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ, ਇੱਕ ਕਮਾਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ। ਹੁਣ ਜਿਹੜੀ ਕਮਾਈ 3 ਗੁਣ ਸਤਿਗੁਰੂ ਜੀ ਦੇ ਦੱਸੇ ਕਿ ਦਾਤਾ ਵੀ ਚੋਟੀ ਦਾ, ਸਾਰਾ ਕੁਛ ਦਾਨ ਕਰਨ ਵਾਲਾ, ਭਗਤ ਵੀ ਚੋਟੀ ਦਾ, ਐਸੀ ਭਗਤੀ ਕਿ ਤੇਗਾਂ ਵਰਦੀਆਂ ਹੋਣ ਤੇ ਉੱਥੇ ਬਹਿ ਕੇ ਭਗਤੀ ਕਰਦਾ ਹੋਵੇ, ਤੇ ਸੂਰਮਾ ਐਸਾ ਕਿ ਅੱਗੇ ਕੋਈ ਖੜ ਨਹੀਂ ਸਕਦਾ। ਤੇ ਇਹ ਤਿੰਨੇ ਗੁਣ, ਤੇ ਗੁਣ ਤੇ ਕਈ ਨੇ ਵੈਸੇ, ਪਰ ਕਵੀ ਦੇ ਅਨੁਸਾਰ ਇਹ 3 ਗੁਣ, ਜਿਹੜਾ ਅੱਜ ਦੇ 30 ਮਿੰਟਾਂ ਦੇ ਅਨੁਸਾਰ ਅਸੀਂ 3 ਗੁਣਾਂ ਦੀ ਵਿਚਾਰ ਕਰ ਰਹੇ ਹਾਂ। ਗੁਣ ਵੈਸੇ ਕਈ ਨੇ, ਐਸਾ ਗੁਣ ਇੱਕ ਹੋਰ ਬੇਨਤੀ ਕਰਦੇ ਹਾਂ। ਸਤਿਗੁਰੂ ਜੀ ਇੰਨੇ ਚੋਟੀ ਦੇ ਕਵੀ ਨੇ ਕਿ ਬਾਹਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਜਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਗਏ, ਤੇ ਉੱਥੇ ਬਾਹਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਪੋਇਟਰੀ ਸਿਖਾਈ ਜਾਂਦੀ, ਬੱਚਿਆਂ ਨੂੰ ਕਵਿਤਾ ਸਿਖਾਈ ਜਾਂਦੀ ਹੈ, ਤੇ ਉੱਥੇ ਸਤਿਗੁਰੂ ਜੀ ਦੀ ਪੰਕਤੀ ਲਿਖੀ, ਮਾਧਵ ਮਹਾ ਜੋਤ ਮਨ ਮਰਦਨ ਮਾਨ ਮੁਕੰਦ ਮੁਰਾਰੀ, ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਵਿਖ ਨਰਕ ਨਿਵਾਰੀ। ਇਹ ਕਲਗੀਧਰ ਪਾਤਸ਼ਾਹ ਦੀ ਬਾਣੀ ਜੇ ਪੜ੍ਹਿਆ ਕਰੋ। ਤੇ ਸਤਿਗੁਰੂ ਜੀ ਦੀ ਇਹ ਬਾਣੀ ਦੀ ਪੰਕਤੀ ਲਿਖੀ ਉੱਥੇ, ਤੇ ਸਤਿਗੁਰੂ ਜੀ ਦੇ ਬਾਰੇ ਜਦੋਂ ਅੰਦਰ ਜਾ ਕੇ ਪੁੱਛਦੇ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੂੰ ਪੁੱਛਦੇ ਨੇ ਕਿ ਇਹ ਪੰਕਤੀ ਕਿਉਂ ਲਿਖੀ ਹੈ, ਤੇ ਉੱਥੇ ਜਿਹੜੇ ਪ੍ਰੋਫੈਸਰ ਨੇ ਉਹ ਕਹਿੰਦੇ ਅੱਜ ਤੱਕ ਦੁਨੀਆ ਦੇ ਵਿੱਚ ਐਸਾ ਕਵੀ ਨਹੀਂ ਪੈਦਾ ਹੋਇਆ ਜਿਹਨੇ ਇੱਕ ਪੰਕਤੀ ਦੇ ਵਿੱਚ ਜਿੰਨੇ ਵੀ ਅੱਖਰ ਸ਼ੁਰੂ ਹੁੰਦੇ ਹੋਣ ਉਹ ਸਾਰੇ ਇੱਕੋ ਅੱਖਰ ਤੋਂ ਸ਼ੁਰੂ ਹੋਣ, ਜਿੰਨੇ ਵੀ ਸ਼ਬਦ ਸ਼ੁਰੂ ਹੋਣ। ਮਾਧਵ ਮਹਾਜੋਤ ਮਨ ਮਰਦਨ ਮਾਨ ਮੁਕੰਦ ਮੁਕਾਰੀ, ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਵਿਖ ਨਰਕ ਨਿਵਾਰੀ। ਇੰਨੇ ਚੋਟੀ ਦੇ ਕਵੀ ਨੇ। ਤੇ ਭਾਈ ਨੰਦ ਲਾਲ ਜੀ ਕਹਿੰਦੇ ਬਾਦਸ਼ਾਹ ਦਰਵੇਸ਼ ਨੇ। ਹੁਣ ਇੱਕ ਹੁੰਦਾ ਬਾਦਸ਼ਾਹ ਸੰਸਾਰ ਦੇ ਵਿੱਚ ਜਿਹੜਾ ਰਾਜ ਕਰਦਾ, ਤੇ ਜਿਹੜਾ ਬਾਦਸ਼ਾਹ ਹੈ ਉਹ ਦਰਵੇਸ਼ ਨਹੀਂ ਬਣ ਸਕਦਾ, ਤੇ ਜਿਹੜਾ ਦਰਵੇਸ਼ ਹੈ ਉਹ ਬਾਦਸ਼ਾਹ ਨਹੀਂ ਬਣ ਸਕਦਾ, ਕਿਉਂਕਿ ਦਰਵੇਸ਼ ਦੇ ਕੋਲ ਤੇ ਕੱਪੜੇ ਨਹੀਂ ਹੁੰਦੇ ਪਾਉਣ ਵਾਸਤੇ। ਦਰਵੇਸ਼ ਤੋਂ ਭਾਵ ਫਕੀਰ, ਜਿਹੜਾ ਜੰਗਲ ਦੇ ਵਿੱਚ ਉਹਦੇ ਕੋਲ ਕੱਪੜੇ ਵਸਤਰ ਵੀ ਨਹੀਂ ਪਾਉਣ ਵਾਸਤੇ, ਤੇ ਜਿਹੜਾ ਬਾਦਸ਼ਾਹ ਉਹਦੇ ਕੋਲ ਇੰਨਾ ਕੁਝ ਹੈ ਕਿ ਉਹਨੂੰ ਬੰਦਗੀ ਕਰਨ ਦੀ ਲੋੜ ਨਹੀਂ। ਅੱਗ ਤੇ ਪਾਣੀ ਕਦੇ ਜੁੜ ਸਕਦੇ? ਸਤਿਗੁਰੂ ਜੀ ਨੇ ਇਕੱਠੇ ਕਰ ਦਿੱਤੇ ਆ, ਬਾਦਸ਼ਾਹਤ ਤੇ ਦਰਵੇਸ਼ੀ। ਇਸ ਲਈ ਭਾਈ ਨੰਦ ਲਾਲ ਜੀ ਨੂੰ ਕਹਿਣਾ ਪਿਆ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਤੇ ਦਰਵੇਸ਼ ਸ਼ਬਦਾਂ ਨੂੰ ਸਮਝਣ ਦਾ ਯਤਨ ਕਰਿਆ ਕਰੋ ਜਦੋਂ ਵੀ ਬਾਣੀ ਪੜ੍ਹਦੇ ਜੀ। ਭਾਈ ਨੰਦ ਲਾਲ ਜੀ ਇੱਕ ਬਚਨ ਕਹਿੰਦੇ, ਮੈਨੂੰ ਯਾਦ ਆਉਂਦਾ। ਭਾਈ ਨੰਦ ਲਾਲ ਜੀ ਆਖਦੇ, ਬਾਹੋਸ਼ ਬਾਸ਼ ਨੂੰ ਹੰਗਾਮ ਕੇ ਬਹਾਰ ਆਮਦ, ਬਹਾਰ ਆਮਦ ਯਾਰ ਆਮਦ ਕਰਾਰ ਆਮਦ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਆਏ ਆ, ਤੇ ਜੇ ਪਿਆਰ ਕਰਨਾ ਸਿੱਖਣਾ ਹੋਵੇ ਨਾ ਭਾਈ ਨੰਦ ਲਾਲ ਜੀ ਕੋਲੋਂ ਸਿੱਖਿਓ। ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਪਿਆਰ ਕਰਦੇ ਨੇ। ਜੀਵਨ ਦੇ ਵਿੱਚ ਇੱਕ ਛੋਟੀ ਜਿਹੀ ਸਾਖੀ ਆਉਂਦੀ ਆ ਕਿ ਜਿਸ ਦਿਨ ਪਹਿਲੇ ਦਿਨ ਮਿਲੇ ਸੀ ਨਾ ਕਲਗੀਧਰ ਪਾਤਸ਼ਾਹ ਨੂੰ, ਉਸ ਦਿਨ ਦਿਲ ਵੇਚ ਰਹੇ ਸੀ ਭਾਈ ਨੰਦ ਲਾਲ ਜੀ, ਦਿਲ ਵੇਚ ਰਹੇ ਸੀ। ਦਿਲ ਲੈ ਲਓ ਦਿਲ, ਗਲੀ ਵਿੱਚ ਹੌਂਕਾ ਲਾਉਂਦੇ ਆ। ਤੇ ਸਤਿਗੁਰੂ ਜੀ ਚੁਬਾਰੇ ਤੋਂ ਖੜ ਕੇ ਪੁੱਛਦੇ, ਭਾਈ ਕਿੰਨੇ ਦਾ ਦਿਲ? ਤੇ ਕਹਿੰਦੇ ਸਾਰਾ ਜੀਵਨ ਦਰਸ਼ਨ ਦੇ ਦਿਓ। ਤੇ ਸਤਿਗੁਰੂ ਜੀ ਕਹਿੰਦੇ ਮਹਿੰਗਾ। ਅਗਲੇ ਦਿਨ ਫੇਰ ਦਿਲ ਵੇਚਣ ਆ ਗਏ। ਆਖਿਰ
ਪਿਆਰ ਦੀ ਗੱਲ ਹੈ ਕਿ ਦਿਲ ਵੇਚਿਆ ਕਲਗੀਧਰ ਮਹਾਰਾਜ ਨੂੰ ਤੇ ਸੇਵਾ ਕਰਦੇ ਨੇ ਭਾਂਡਿਆਂ ਦੀ। ਇੰਨੇ ਵਿਦਵਾਨ ਨੇ ਕਿ ਸਿੱਖ ਧਰਮ ਦੇ ਵਿੱਚ ਭਾਈ ਨੰਦ ਲਾਲ ਜੀ ਦੇ ਬਰਾਬਰ ਦਾ ਵਿਦਵਾਨ ਲੱਭਣਾ ਮੁਸ਼ਕਲ ਜੇ। ਤੇ ਭਾਈ ਨੰਦ ਲਾਲ ਜੀ ਕੇ ਲਿਖਦੇ ਨੇ, ਬਾਹੋਸ਼ ਬਾਸ਼ ਨੂੰ ਹੰਗਾਮ ਕੇ ਬਹਾਰ ਆਮਦ, ਕਹਿੰਦੇ ਮੇਰਾ ਯਾਰ ਆ ਗਿਆ, ਬਹਾਰ ਆਮਦ, ਯਾਰ ਆਮਦ, ਕਰਾਰ ਆਮਦ। ਕਹਿੰਦੇ ਮੇਰਾ ਯਾਰ ਗੁਰੂ ਗੋਬਿੰਦ ਸਿੰਘ ਜਦੋਂ ਪੈਦਾ ਹੋਇਆ, ਜਦੋਂ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ, ਤੇ ਬਹਾਰ ਆ ਗਈ ਸੰਸਾਰ ਦੇ ਵਿੱਚ। ਹੁਣ ਬਹਾਰ ਦਾ ਰੁੱਤ, ਬਹਾਰ ਦੀ ਰੁੱਤ ਚੱਲ ਰਹੀ ਨਾ, ਬਸੰਤ ਰੁੱਤ, ਸਿੰਘਾਂ ਨੇ ਸ਼ਬਦ ਪੜ੍ਹਿਆ, ਬਸੰਤ ਰੁੱਤ ਚੱਲ ਰਹੀ। ਜਦੋਂ ਬਹੁਤ ਜ਼ਿਆਦਾ ਠੰਡ ਪੈ ਜਾਵੇ ਨਾ ਤੇ ਫੁੱਲ ਮੁਰਝਾ ਜਾਂਦੇ ਆ, ਤੇ ਜਦੋਂ ਬਹੁਤ ਜ਼ਿਆਦਾ ਗਰਮੀ ਪੈ ਜਾਵੇ ਤੇ ਫੁੱਲ ਮੁਰਝਾ ਜਾਂਦੇ ਆ। ਤੇ ਬਸੰਤ ਰੁੱਤ ਜਿਹਦੇ ਵਿੱਚ ਖਿੜੇ ਰਹਿੰਦੇ ਆ। ਤੇ ਹੁਣ ਮੈਂ ਠੰਡ ਤੇ ਗਰਮੀ ਨੂੰ ਜੋੜ ਕੇ ਦੱਸਾਂ, ਬੇਨਤੀ ਕਰਦਾ, ਜਦੋਂ ਬਹੁਤ ਜ਼ਿਆਦਾ ਠੰਡ ਪੈ ਜਾਵੇ ਨਾ ਲੋਕਾਂ ਦੇ ਅੰਦਰ, ਜਦੋਂ ਬਹੁਤ ਜ਼ਿਆਦਾ ਫਕੀਰੀ ਆ ਜਾਵੇ, ਤੇ ਉਦੋਂ ਅਤਿਆਚਾਰ ਹੋਣਾ ਸ਼ੁਰੂ ਹੁੰਦਾ, ਉਦੋਂ ਫਿਰ ਜ਼ੁਲਮ ਹੋਣੇ ਸ਼ੁਰੂ ਹੁੰਦੇ ਆ। ਤੇ ਜਦੋਂ ਬਹੁਤ ਜ਼ਿਆਦਾ ਗਰਮੀ ਆ ਜਾਵੇ, ਬਹੁਤ ਜ਼ਿਆਦਾ ਬਾਦਸ਼ਾਹਤ ਆ ਜਾਵੇ, ਬਹੁਤ ਜ਼ਿਆਦਾ ਕ੍ਰੋਧ ਪੈਦਾ ਹੋ ਜਾਵੇ, ਰੋਬ ਪੈਦਾ ਹੋ ਜਾਵੇ, ਉਦੋਂ ਫਿਰ ਖੂਨ ਖਰਾਬੇ, ਜੰਗਾਂ ਹੋਣੀਆਂ ਸ਼ੁਰੂ ਹੁੰਦੀਆਂ। ਤੇ ਕਲਗੀਧਰ ਪਾਤਸ਼ਾਹ ਐਸਾ ਪੁਰਖ ਸੰਸਾਰ ਦੇ ਵਿੱਚ ਪੈਦਾ ਹੋਇਆ, ਵਾਹੋ ਪ੍ਰਗਟੇ ਉਹ ਮਰਦ ਅਗੰਮੜਾ, ਵਰਿਆਮ ਅਕੇਲਾ। ਆਓ ਰਲ ਕੇ ਪੜ੍ਹੀਏ ਇੱਕ ਵਾਰ, ਤੇ ਫਿਰ ਇਹ ਵਿਚਾਰ ਕਰਾਂਗੇ ਕਿ ਸਤਿਗੁਰੂ ਜੀ ਉਹ ਤਿੰਨ ਚੀਜ਼ਾਂ ਲੈ ਕੇ ਕਿੱਥੋਂ ਆਏ। ਆਓ ਰਲ ਕੇ ਪੜ੍ਹੀਏ। ਵਾਹੋ ਵਾਹੋ ਗੋਬਿੰਦ ਸਿੰਘ ਜੀ, 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 ਆਪੇ ਗੁਰ ਚੇਲਾ, 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 ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਕੋਲ ਬਾਦਸ਼ਾਹਤ ਦੇ ਰੂਪ ਵਿੱਚ ਆਨੰਦਗੜ੍ਹ ਦਾ ਕਿਲ੍ਹਾ ਹੈ, ਤੇ ਦਰਵੇਸ਼ੀ ਦੇ ਰੂਪ ਵਿੱਚ ਉਹ ਕਿਲ੍ਹਾ ਛੱਡ ਕੇ ਤੇ ਸਰਸਾ ਦੇ ਕੰਢੇ ਬੈਠੇ ਆ। ਬਾਦਸ਼ਾਹਤ ਦੇ ਰੂਪ ਵਿੱਚ 52 ਕਵੀਆਂ ਦਾ ਰਣਜੀਤ ਨਗਾਰਾ ਤਿਆਰ ਕੀਤਾ, ਤੇ ਦਰਵੇਸ਼ੀ ਦੇ ਰੂਪ ਵਿੱਚ ਆਪ ਕਵੀ ਬਣ ਕੇ ਜਿਹੜੀ ਬਾਣੀ ਰਚੀ ਹੈ। ਬਾਦਸ਼ਾਹਤ ਦੇ ਰੂਪ ਵਿੱਚ ਜੰਗਾਂ ਲੜਦੇ ਆ ਚਮਕੌਰ ਦੀ ਗੜ੍ਹੀ ਦੇ ਬਾਹਰ, ਬਾਦਸ਼ਾਹਤ ਦੇ ਰੂਪ ਵਿੱਚ ਆਨੰਦਗੜ੍ਹ ਦੇ ਕਿਲ੍ਹੇ ਦੇ ਬਾਹਰ ਜੰਗਾਂ ਲੜ ਰਹੇ ਆ, ਤੇ ਦਰਵੇਸ਼ੀ ਦੇ ਰੂਪ ਵਿੱਚ ਸਤਿਗੁਰੂ ਜੀ ਭਾਈ ਕਨ੍ਹਈਏ ਦੇ ਰੂਪ ਵਿੱਚ ਪਾਣੀ ਪਿਲਾ ਰਹੇ ਆ। ਐਸਾ ਬਾਦਸ਼ਾਹ ਦਰਵੇਸ਼ ਹੋਇਆ ਸੰਸਾਰ ਦੇ ਵਿੱਚ। ਕਿਉਂ? ਹੋਰ ਕਿਸੇ ਵੀ ਪੈਗੰਬਰ ਦੇ ਨਾਲ ਦੁਨੀਆ ਦੇ ਵਿੱਚ, ਕਿਸੇ ਵੀ ਪੈਗੰਬਰ ਦੇ ਵਾਸਤੇ, ਕਿਸੇ ਵੀ ਅਵਤਾਰੀ ਪੁਰਖ ਦੇ ਵਾਸਤੇ ਇਹ ਸ਼ਬਦ ਅੱਜ ਤੱਕ ਨਹੀਂ ਕਿਸੇ ਨੇ ਵਰਤੇ ਕਿ ਜਿਹੜਾ ਬਾਦਸ਼ਾਹ ਵੀ ਹੋਵੇ ਤੇ ਦਰਵੇਸ਼ ਵੀ ਹੋਵੇ। ਮਹਾਤਮਾ ਬੁੱਧ ਨੇ ਸਿਧਾਰਥ ਦੇ ਰੂਪ ਵਿੱਚ ਜਦੋਂ ਬੰਦਗੀ ਕਰਨੀ ਚਾਹੀ ਨਾ, ਤੇ ਉਹਨੇ ਆਪਣਾ ਸਾਰਾ ਰਾਜ ਭਾਗ ਛੱਡ ਕੇ, ਇਹ ਅੱਗੇ ਵੀ ਵਿਚਾਰ ਆਉਣੀ, ਕਿਉਂਕਿ ਪਟਨਾ ਦੇ ਸਥਾਨ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਤੇ ਉਸ ਦਾ ਕਾਰਨ ਇਹ ਹੈ ਕਿ ਪਟਨਾ ਜਿਹੜਾ ਉਹ ਬਹੁਤ ਪਵਿੱਤਰ ਸਥਾਨ ਬਣ ਚੁੱਕਾ ਸੀ। 12 ਸਾਲ ਮਹਾਤਮਾ ਬੁੱਧ ਨੇ ਉੱਥੇ ਬੰਦਗੀ ਕੀਤੀ, ਬੁੱਧ ਗਿਆ ਦੇ ਸਥਾਨ ਤੇ, ਪਟਨੇ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ। ਤੇ ਪਾਰਸਵਨਾਥ ਨਾਂ ਦਾ ਜਿਹੜਾ ਜੈਨੀਆਂ ਦਾ ਪੈਗੰਬਰ ਹੋਇਆ, 23ਵਾਂ ਤੀਰਥੰਕਰ, ਇਸ ਨੇ ਵੀ ਉੱਥੇ ਵੈਸ਼ਾਲੀ ਨਾਂ ਦੇ ਨਗਰ ਦੇ ਵਿੱਚ ਬੰਦਗੀ ਕੀਤੀ। ਭਾਵ ਉਹ ਸਥਾਨ ਬੜਾ ਪਵਿੱਤਰ ਹੋ ਚੁੱਕਾ। ਤੇ ਇੱਕ ਕਾਰਨ ਹੋਰ ਪਟਨੇ ਦੇ ਵਿੱਚ ਪ੍ਰਕਾਸ਼ ਹੋਣ ਦਾ, ਉਹ ਇਹ ਹੈ ਕਿ ਸਮਰਾਟ ਅਸ਼ੋਕ ਹੋਇਆ ਇੱਕ ਸੰਸਾਰ ਦੇ ਵਿੱਚ, ਜਿਸ ਨੇ ਲੜਾਈ ਤੋਂ ਬਾਅਦ ਖੂਨ ਖਰਾਬੇ ਤੋਂ ਡਰਦਿਆਂ ਉਹਦੇ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ, ਤੇ ਉਸ ਪਟਨਾ ਦੇ ਨਦੀ ਦੇ ਕੰਢੇ, ਗੰਗਾ ਦੇ ਨਦੀ ਦੇ ਕੰਢੇ ਤੇ ਉਸ ਨੇ ਤਲਵਾਰ ਛੱਡੀ ਸੀ, ਛੱਡ ਕੇ ਤੇ ਫਕੀਰਾਂ ਵਾਲਾ ਚੋਲਾ ਧਾਰਨ ਕਰ ਲਿਆ, ਭਾਵ ਬਾਦਸ਼ਾਹਤ ਛੱਡ ਦਿੱਤੀ,
ਫਕੀਰ ਬਣ ਗਿਆ। ਤੇ ਹੁਣ ਸਤਿਗੁਰੂ ਜੀ ਦਾ ਉੱਥੇ ਪ੍ਰਕਾਸ਼ ਹੋਇਆ ਕਿ ਜਿਹੜੀ ਤਲਵਾਰ ਡਿੱਗ ਗਈ ਸੀ ਨਾ, ਉਸ ਤਲਵਾਰ ਨੂੰ ਚੁੱਕ ਕੇ ਸਤਿਗੁਰੂ ਜੀ ਕਹਿੰਦੇ ਚੂਕਾਰ ਅਜ ਹਮਾ ਹੀਲ ਤੇ ਦਰਗ ਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਿ ਅਸ਼ੋਕ ਨੇ ਗਲਤੀ ਕੀਤੀ ਇਹ ਤਲਵਾਰ ਸੁੱਟ ਕੇ। ਅਸ਼ੋਕ ਨੇ ਇਹ ਗਲਤੀ ਕੀਤੀ ਕਿ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ, ਤੇ ਮੈਂ ਬੇਨਤੀ ਕਰਾਂ ਉਦੋਂ ਜਦੋਂ ਅਸ਼ੋਕ ਨੇ ਤਲਵਾਰ ਸੁੱਟ ਦਿੱਤੀ ਹੈ, ਉਸ ਤੋਂ ਬਾਅਦ ਭਾਰਤ ਦੇ ਵਿੱਚ ਕੋਈ ਰਾਜਾ ਐਸਾ ਨਹੀਂ ਪੈਦਾ ਹੋਇਆ ਜਿਹਨੇ ਭਾਰਤ ਨੂੰ ਬਚਾਇਆ ਹੋਵੇ। ਫਿਰ ਮੁਗਲ ਵੀ ਆਏ, ਫਿਰ ਅੰਗਰੇਜ਼ ਵੀ ਆਏ, ਫਿਰ ਡੱਚ ਵੀ ਆਏ, ਫਿਰ ਮੰਗੋਲ ਵੀ ਆਏ, ਫਿਰ ਫਰਾਂਸੀਸੀ ਵੀ ਆਏ। ਸਾਰਿਆਂ ਨੇ ਆ ਕੇ ਭਾਰਤ 'ਤੇ ਹਮਲਾ ਕੀਤਾ, ਕਬਜ਼ਾ ਕੀਤਾ। ਤੇ ਹੁਣ ਜਦੋਂ ਬਾਦਸ਼ਾਹ ਦਰਵੇਸ਼ ਪੈਦਾ ਹੋ ਗਿਆ, ਪ੍ਰਕਾਸ਼ ਹੋ ਗਿਆ, ਤੇ ਹੁਣ ਨਹੀਂ ਕਿਸੇ ਨੇ ਕਬਜ਼ਾ ਕੀਤਾ। ਤੇ ਹੁਣ ਐਸੇ ਬਾਦਸ਼ਾਹ ਦਰਵੇਸ਼ ਨੇ ਉੱਥੋਂ ਫਿਰ ਦੁਬਾਰਾ ਤਲਵਾਰ ਚੁੱਕੀ ਜਿੱਥੇ ਅਸ਼ੋਕ ਨੇ ਸੁੱਟ ਦਿੱਤੀ ਸੀ। ਤੇ ਸਤਿਗੁਰੂ ਜੀ ਕਹਿੰਦੇ ਚੂਕਾਰ ਅਜ ਹਮਾ ਹੀਲ ਤੇ ਦਰਗ ਜਸਤ। ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤੇ ਫਿਰ ਤਲਵਾਰ ਚੁੱਕਣੀ ਲਾਜ਼ਮੀ ਹੈ, ਚੰਗੀ ਹੈ। ਤੇ ਇੱਕ ਵਿਚਾਰ ਜਿਹੜੀ ਰਹਿ ਗਈ ਅਖੀਰ ਤੇ ਮੈਂ ਬੇਨਤੀ ਕਰਦਾ ਜਾਵਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਭਗਤੀ ਵਾਸਤੇ ਧਿਆਨ ਤੇ ਦਾਨ ਕਰਨ ਵਾਸਤੇ ਦਾਤਾਂ ਤੇ ਸੂਰਮਤਾਈ ਵਾਸਤੇ ਬਲ ਕਿੱਥੋਂ ਲਿਆਂਦਾ। ਸਤਿਗੁਰੂ ਪਾਤਸ਼ਾਹ ਜੀ ਲਿਖਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਹਿਆਨੋ। ਕਹਿੰਦੇ ਹੁਣ ਮੈਂ ਬਚਿੱਤਰ ਨਾਟਕ ਦੇ 6ਵਾਂ ਅਧਿਆਏ ਜਿੱਥੋਂ ਆਰੰਭ ਹੁੰਦਾ, ਉੱਥੇ ਸਤਿਗੁਰੂ ਜੀ ਕਹਿੰਦੇ ਹੁਣ ਮੈਂ ਆਪਣੀ ਕਥਾ ਕਹਿਣ ਲੱਗਾ। ਤੇ ਹੁਣ ਕਥਾ ਕੀ ਕਹੀ ਸਤਿਗੁਰੂ ਜੀ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੁਹਿਆਨੋ। ਜਿੱਦਾਂ ਤਪ ਸਾਧਨਾ ਕਰਦੇ ਹਾਂ, ਮੈਨੂੰ ਅਕਾਲ ਪੁਰਖ ਨੇ ਹੁਕਮ ਕੀਤਾ, ਮੈਨੂੰ ਵਚਨ ਦਿੱਤਾ, ਤੇ ਉਹ ਮੈਂ ਹੁਣ ਬਿਆਨ ਕਰਨ ਲੱਗਾ। ਇਹ ਬਿਦ ਕਰਤ ਸਾਧਨਾ ਭਇਓ ਦੁਐ ਤੇ ਏਕ ਰੂਪ ਹੋਇ ਗਇਓ। ਕਹਿੰਦੇ ਉੱਥੇ ਸਾਧਨਾ ਕਰਦੇ ਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਵੇਈ ਦੇ ਵਿੱਚ ਧਿਆਨ ਲਾ ਕੇ ਤੇ ਦਰ ਤੇ ਪੁੱਜੇ ਆ। ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ 26 ਸਾਲ ਧਿਆਨ ਲਾ ਕੇ ਤੇ ਦਰ ਤੇ ਪੁੱਜੇ ਆ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਮੈਂ ਅਕਾਲ ਪੁਰਖ ਦੇ ਦਰ ਤੇ ਪੁੱਜਿਆ। ਤੇ ਉੱਥੋਂ ਇਹ ਸਾਰਾ ਕੁਝ ਵਰਤਾਉਣ ਵਾਸਤੇ ਲਿਆਏ ਸਾਡੇ ਵਰਗਿਆਂ ਦੇ ਵਿੱਚ। ਤੇ ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੁਐ ਤੇ ਏਕ ਰੂਪ ਹੋਏਗਾ। ਉਹ ਬੰਦਗੀ ਕਰਦੇ ਆ ਦੋਹਾਂ ਤੋਂ, ਇੱਕ ਮੈਂ ਤੇ ਅਕਾਲ ਪੁਰਖ, ਅਸੀਂ ਦੋਵੇਂ ਇੱਕ ਰੂਪ ਹੋ ਗਏ। ਤੇ ਫਿਰ ਮੈਨੂੰ ਬਖਸ਼ਿਸ਼ ਹੋਈ ਚਿਤ ਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸਰੁਤ ਪ੍ਰਭ ਚਰਨਨ ਮੈਂ। ਕਹਿੰਦੇ ਮੇਰਾ ਚਿੱਤ ਨਹੀਂ ਕਰ ਰਿਹਾ ਸੀ ਸੰਸਾਰ ਦੇ ਵਿੱਚ ਆਉਣ ਨੂੰ। ਤੇ ਇੱਕ ਮੈਂ ਬੇਨਤੀ ਕਰਾਂ, ਬੜਾ ਦਿਲ ਦੇ ਅੰਦਰ ਨਾ ਬੜਾ ਪਿਆਰ ਪੈਦਾ ਹੁੰਦਾ ਗੱਲ ਸੁਣ ਕੇ ਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ, ਇਸ ਤੋਂ ਪਹਿਲਾਂ ਵਾਲਾ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਲੇ। ਹੁਣ ਸਤਿਗੁਰੂ ਪਾਤਸ਼ਾਹ ਜੀ ਉੱਥੇ ਬਚਨ ਕਰਦੇ ਚਿੱਤ ਨਾ ਭਇਓ ਹਮਰੋ ਆਵਨ ਕਹਿ। ਮੇਰਾ ਚਿੱਤ ਨਹੀਂ ਕਰਦਾ ਸੀ ਇਸ ਸੰਸਾਰ ਦੇ ਵਿੱਚ ਜਾਣ ਨੂੰ। ਕਿਉਂ? ਸਤਿਗੁਰੂ ਪੰਚਮ ਗੁਰਦੇਵ ਜੀ ਕਹਿੰਦੇ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ। ਹੁਣ ਇਹ ਜਿਹੜਾ ਸੰਸਾਰ ਹੈ ਇਸ ਨੂੰ ਸਰੋਵਰ ਆਖਿਆ, ਤੇ ਸਰੋਵਰ ਵੀ ਕੋਈ ਸਾਫ਼ ਨਹੀਂ। ਪੰਕਜ ਕਹਿੰਦੇ ਨੇ ਚਿੱਕੜ ਨੂੰ, ਮੋਹ ਦਾ ਚਿੱਕੜ ਭਰਿਆ ਸੰਸਾਰ ਦੇ ਵਿੱਚ। ਤੇ ਏਡੀ ਵੱਡੀ ਸ਼ਖਸੀਅਤ ਦਾ ਚਿੱਤ ਕਰੇਗਾ ਭਲਾ ਸੰਸਾਰ ਦੇ ਵਿੱਚ ਆਉਣ ਨੂੰ। ਸਤਿਗੁਰੂ ਜੀ ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕੈ। ਮੇਰਾ ਚਿੱਤ ਨਹੀਂ ਕਰ ਰਿਹਾ ਸੀ ਸੰਸਾਰ ਦੇ ਵਿੱਚ ਜਾਣ ਨੂੰ। ਕਿਉਂ? ਸਤਿਗੁਰੂ ਜੀ ਕਹਿੰਦੇ ਭਰਿਆ ਪਿਆ ਚਿੱਕੜ ਦਾ, ਮੇਰੇ ਵਰਗਿਆਂ ਨੇ ਇੱਥੇ ਗੰਦ ਪਾਇਆ ਪਿਆ। ਤੇ ਸਤਿਗੁਰੂ ਜੀ ਕਹਿੰਦੇ ਇਸ ਚਿੱਕੜ ਦੇ ਵਿੱਚ ਜਾਣ ਨੂੰ ਮੇਰਾ ਚਿੱਤ ਨਹੀਂ ਕਰਦਾ ਸੀ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਵੀ ਇੱਕ ਸਾਖੀ ਆਉਂਦੀ। ਭਾਈ ਮਰਦਾਨਾ ਜੀ ਦੇ ਨਾਲ ਜਾਂਦੇ ਆ ਤੇ ਸੂਰ ਨੂੰ ਚਿੱਕੜ ਦੇ ਵਿੱਚੋਂ ਸਤਿਗੁਰੂ ਜੀ ਕੱਢਦੇ ਤੇ ਉਹਨਾਂ ਦੇ ਬਸਤਰ ਗੰਦੇ ਹੋ ਜਾਂਦੇ। ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਕਿ ਮੈਨੂੰ ਕਹਿ ਦੇਣਾ ਸੀ, ਆਪ ਬਸਤਰ ਗੰਦੇ ਕਰ ਲਏ। ਜੇ ਸਤਿਗੁਰੂ ਜੀ ਕਹਿੰਦੇ ਜੇ ਕਿਸੇ ਨੂੰ ਕੱਢਣਾ ਹੋਵੇ ਨਾ ਚਿੱਕੜ ਦੇ ਵਿੱਚੋਂ ਤੇ ਜਾਣਾ ਪੈਂਦਾ ਚਿੱਕੜ ਦੇ ਵਿੱਚ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਇਸ ਪੰਕਜ ਮੋਹ ਦੇ ਵਿੱਚ ਸਾਨੂੰ ਤਾਰਨ ਵਾਸਤੇ ਆਏ, ਸਾਡੇ ਵਰਗਿਆਂ ਨੂੰ ਕੱਢਣ ਵਾਸਤੇ। ਤੇ ਸਤਿਗੁਰੂ ਜੀ ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਜਿਹ ਤਿਮ
ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਜਿਵੇਂ ਤਿਵੇਂ ਵੀ ਅਕਾਲ ਪੁਰਖ ਨੇ ਫਿਰ ਮੈਨੂੰ ਸਮਝਾਇਆ ਤੇ ਇਸ ਸੰਸਾਰ ਦੇ ਵਿੱਚ ਮੇਰਾ ਆਗਮਨ ਹੋਇਆ। ਤੇ ਆਗਮਨ ਇਸ ਤਰ੍ਹਾਂ ਹੋਇਆ, ਆਪਣੇ ਮੰਗਲਾਚਰਨ ਦੇ ਵਿੱਚ ਸ਼ਬਦ ਸਰਵਣ ਕੀਤਾ। ਅਖੀਰ ਤੇ ਕੇਵਲ ਅਖੀਰਲੀ ਬੇਨਤੀ ਹੈ, ਸ਼ਬਦ ਆਪਣੇ ਸਰਵਣ ਕੀਤਾ। ਮੁਰਪਿਤ ਪੂਰਬ ਕੀਸ ਭਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਤੇ ਸਤਿਗੁਰੂ ਜੀ ਇਹ ਸਾਰੀ ਬਖਸ਼ਿਸ਼ ਅਕਾਲ ਪੁਰਖ ਤੋਂ ਲੈ ਕੇ ਤੇ ਫਿਰ ਪਟਨਾ ਸ਼ਹਿਰ ਦੇ ਵਿਖੇ ਆ ਕੇ ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਨੂੰ ਵਸਾ ਕਰਕੇ ਮਾਖੋਵਾਲ ਨਾਮ ਦਿੱਤਾ। ਪਹਿਲਾਂ ਪਿੰਡ ਦਾ ਨਾਮ ਮਾਖੋਵਾਲ ਸੀ, ਉਪਰੰਤ ਸਤਿਗੁਰੂ ਜੀ ਨੇ ਜਦੋਂ ਨਗਰ ਵਸਾਇਆ ਤੇ ਚੱਕ ਨਾਨਕੀ ਨਾਮ ਰੱਖਿਆ। ਤੇ ਫਿਰ ਇੱਥੋਂ ਦੀ ਤੀਰਥ ਯਾਤਰਾ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬਾਨ ਤੁਰੇ ਨੇ ਤੇ ਸਤਿਗੁਰੂ ਜੀ ਤ੍ਰਿਵੇਣੀ ਪੁੱਜੇ। ਤ੍ਰਿਵੇਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇੱਥੇ ਜਦੋਂ ਮੇਰੀ ਮਾਂ ਸੀ ਤੇ ਉਦੋਂ ਮੇਰਾ ਗਰਭ ਦੇ ਵਿੱਚ ਆਗਮਨ ਹੋਇਆ ਤੇ ਫਿਰ ਪਟਨੇ ਵਿਖੇ ਪ੍ਰਕਾਸ਼ ਹੋਇਆ। ਤੇ ਸਾਖੀਆਂ ਹੋਰ ਬਥੇਰੀਆਂ ਸਤਿਗੁਰੂ ਜੀ ਦੇ ਜੀਵਨ ਦੀਆਂ। ਭੀਖਣ ਸ਼ਾਹ ਦੀ ਸਾਖੀ ਆਉਂਦੀ, ਬੜਾ ਪਿਆਰ ਕਰਦਾ ਸੀ ਸਤਿਗੁਰੂ ਜੀ ਨੂੰ। ਦੇਖੋ, ਇੱਕ ਮੁਸਲਮਾਨ ਹੋ ਕੇ ਸਭ ਤੋਂ ਪਹਿਲਾਂ ਮੁਸਲਮਾਨ ਹੋ ਕੇ ਸੰਸਾਰਕ ਤੌਰ ਤੇ ਕੇਵਲ ਭੀਖਣ ਸ਼ਾਹ ਜਿਹੜਾ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ। ਤੇ ਇੰਨੀ ਉਸਤਤ ਪਾਤਸ਼ਾਹ ਜੀ ਦੀ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਸਮਾਂ ਥੋੜ੍ਹਾ ਤੇ ਵਿਚਾਰ ਨਹੀਂ ਹੋ ਸਕਦੀ, ਜਿੰਨਾ ਮਰਜ਼ੀ ਅਸੀਂ ਕਰ ਲਈਏ ਆਪਣੇ ਮੁਖ ਤੋਂ, ਇਸ ਤੁਛ ਜੇ ਮੁਖ ਤੋਂ। ਸਤਿਗੁਰੂ ਜੀ ਕਹਿੰਦੇ ਇੱਕ ਦੂਜੀ ਭਉ ਲੱਖ ਹੋਵੇ, ਲੱਖ ਹੋਵੇ ਲੱਖ 20 ਲੱਖ ਵੀ ਜੇਬਾਂ ਹੋ ਜਾਣ, ਜ਼ਬਾਨਾਂ ਹੋ ਜਾਣ, ਤਾਂ ਵੀ ਉਸਤਤ ਨਹੀਂ ਸੰਪੂਰਨ ਕਰ ਸਕਦੇ। ਤੇ ਸਤਿਗੁਰੂ ਜੀ ਇੱਥੇ 6 ਸਾਲ ਪਟਨੇ ਵਿਖੇ ਰਹੇ ਹੈ। ਤੇ ਪਟਨੇ ਦੇ ਉਹਨਾਂ ਦੀਆਂ ਬਾਲ ਜੀਵਨ ਦੀਆਂ ਸਾਖੀਆਂ ਉਹ ਆਉਣ ਵਾਲੇ ਸਮੇਂ ਅੰਦਰ ਜੇ ਕਦੇ ਸਮਾਂ ਬਣਿਆ ਤੇ ਇਤਿਹਾਸ ਦੇ ਵਿੱਚੋਂ ਥੋੜ੍ਹੀ ਥੋੜ੍ਹੀ ਸਰਵਣ ਕਰਾਉਂਦੇ ਜਾਵਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਪ ਸਰਬੱਤ ਸੰਗਤ ਜੁੜ ਮਿਲ ਕੇ ਬੈਠੇ ਹੋ। ਤੇ ਇਹ ਕੇਵਲ ਸਿਧਾਂਤ ਦੀਆਂ ਵਿਚਾਰਾਂ ਸਨ ਸਤਿਗੁਰੂ ਜੀ ਦੇ, ਕਿ ਸਤਿਗੁਰੂ ਜੀ ਇੰਨੀ ਬਖਸ਼ਿਸ਼ ਜਿਹੜੀ ਵਰਤਾਉਣ ਵਾਸਤੇ ਉਹ ਲਿਆਏ ਕਿੱਥੋਂ। ਤੇ ਸਾਡੇ ਉੱਤੇ ਜੇ ਹੁਣ ਬਖਸ਼ਿਸ਼ ਕੀਤੀ ਤੇ ਅਸੀਂ ਕੀ ਕਰਨਾ, ਅਸੀਂ ਉਸ ਬਖਸ਼ਿਸ਼ ਦਾ ਰਿਸਪੌਂਸ ਕੀ ਦੇ ਰਹੇ ਹਾਂ ਸਤਿਗੁਰੂ ਜੀ ਨੂੰ। ਅੱਜ ਬਾਪੂ ਦਾ ਪ੍ਰਕਾਸ਼ ਪੁਰਬ ਆ ਤੇ ਉਹਨੂੰ ਉਪਹਾਰ ਕੀ ਦੇ ਰਹੇ ਹਾਂ। ਤੇ ਕੋਟਾਨ ਕੋਟ ਸ਼ੁਕਰਾਨਾ ਸਰਬੱਤ ਸੰਗਤ ਦਾ, ਜਿਨ੍ਹਾਂ ਨੇ ਬੜਾ ਪਿਆਰ ਇਕਾਗਰਤਾ ਬਖਸ਼ੀ ਤੇ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੂੰ ਉਪਹਾਰ ਦਿੱਤਾ ਹੈ। ਇਹ ਵਚਨ ਦਿੱਤੇ ਨੇ ਤੇ ਹੁਣ ਵਚਨਾਂ ਨੂੰ ਯਾਦ ਰੱਖਿਓ ਕਿ ਨਾ ਤੇ ਕੇਸ ਕਤਲ ਕਰਾਉਣੇ ਤੇ ਅੰਮ੍ਰਿਤ ਦੀ ਦਾਤ ਲੈਣੀ ਸਤਿਗੁਰੂ ਜੀ ਦੇ ਕੋਲੋਂ। ਤੇ ਜਿਨ੍ਹਾਂ ਅੰਮ੍ਰਿਤ ਦੀ ਦਾਤ ਲਈਏ ਹੁਣ ਖਾਲਸੇ ਬਣਨ ਵੱਲ ਤੁਰੀਏ, ਅੰਮ੍ਰਿਤ ਵੇਲਾ ਸਾਂਭੀਏ, ਸਤਿਗੁਰੂ ਜੀ ਦੇ ਪ੍ਰਕਾਸ਼ ਨਾਲ ਜੁੜੀਏ। ਤੇ ਪ੍ਰਕਾਸ਼ ਹੁੰਦਾ ਚਾਨਣ, ਤੇ ਗੁਰਬਾਣੀ ਦੇ ਵਿੱਚ ਚਾਨਣ ਹੈ। ਆਓ ਅਖੀਰ ਤੇ ਫਤਿਹ ਦੇ ਨਾਲ ਸਾਂਝ ਪਾਈਏ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ, ਭੁੱਲਾਂ ਨਾ ਚਿਤਾਰਨੀਆਂ। ਬੋਲਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਭੁੱਲਾਂ ਚੁੱਕਾਂ ਦਾਸ ਦੀਆਂ ਜਾਣ ਕੇ ਦਾਸ ਦੀ ਝੋਲੀ ਵਿੱਚ ਪਾਉਣੀਆਂ। ਚੰਗੇ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਜਾਣ ਕੇ ਆਪਣੀ ਝੋਲੀ ਵਿੱਚ ਪਾ ਕੇ ਘਰ ਲੈ ਜਾਣੇ। ਆਓ ਦੋਵੇਂ ਹੱਥ ਜੋੜ ਕੇ ਅਖੀਰ ਤੇ ਫਤਿਹ ਨਾਲ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।